ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੋਤ ਬੰਦਨ ਅਨਕ ਬਾਲ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਹੈ ਕਰਨਾ ਮੈਂ ਸਭ ਦੁਖ ਹਰੋ ਹੇ ਕਰਨ ਜੋਗ ਦਇਆਲ ਹੈ ਦੀਨਾਨਾਥ ਮਇਆ ਸਰੀਰ ਸਵਸਥ ਖੀਣ ਸਮਾਈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤੈਨ ਕੀ ਸਰਦਾ ਜੈਨ ਤੂ ਨਾਹੀ ਵਿਸਰਿਆ ਮੋਖ ਉਚਰੈ ਸਾਸਤਰ ਖਟ ਪਿੰਗ ਕਿਰਨ ਚੜ ਜਾਈ ਅੰਧ ਲਖ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ ਬੇਸਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ।
ਚਾਮਰੋ ਅਤ ਜਦਰੀ ਤੇਰੀ ਰੇ ਮਾਟਰੀ ਕਹਾ ਕਰਹਿ ਰੇ ਖਾਟ ਖਾਟੜੀ ਪਵਨ ਅਫਾਰ ਟੋਰ ਚਾਮਰੋ ਅਤ ਜਦਰੀ ਤੇਰੀ ਰੇ ਮਾਟੜੀ ਰਹਾਉ ਊਹੀ ਤੇ ਹਰਿਓ ਊਹਾ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਦੇਵਨ ਹਾਰ ਵਿਸਾਰਿਓ ਅੰਦਲੇ ਜੋ ਸਫਰੀ ਉਦਰ ਭਰੈ ਬਹਿ ਹਾਟਲੀ ਸਾਧ ਵਿਕਾਰ ਵਿਕਾਰ ਝੂਠ ਰਸ ਜਿਹ ਜਨ ਤਹ ਭੀੜ ਬਾਟਲੀ ਕਹੋ ਨਾਨਕ ਸਮਝ ਰੇ ਜਾਣੇ ਆਜ ਕਾਲ ਫੂਲੇ ਤੇਰੀ ਗਾਂਠਲੀ ਸਾਧ ਵਿਕਾਰ ਵਿਕਾਰ ਝੂਠ ਰਸ ਜਿਹ ਜਨ ਤਹ ਭੀੜ ਬਾਟਲੀ ਕਹੋ ਨਾਨਕ ਸਮਝ ਰੇ ਜਾਣੇ ਆਜ ਕਾਲ ਫੂਲੇ ਤੇਰੀ ਗਾਂਠਲੀ ਸਾਰਗ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟ ਖਾਟੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਤਖਤ ਜਬਰ ਸ਼ਦਰ ਕੇ ਮਾਲਕ ਜੁਗੋ ਜੁਗ ਅਟਲ ਪਦਕ ਪਾਵਨ ਭਗਤ ਬਖਸ਼ਰ ਕਰਨਾ ਨਿਧਾਨ ਅੰਤਰ ਜਾਮੀ ਸ਼ਬਦ ਗੁਰ ਪੀਰਾ ਕਹਿ ਗੰਭੀਰਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਅੰਮ੍ਰਿਤ ਵੇਲੇ ਗਰੀਬ ਨਿਵਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜ ਰਿਹਾ ਹੈ। ਸਜ ਰਹੇ ਦੀਵਾਨ ਅੰਦਰ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਅੰਮ੍ਰਿਤ ਬਾਣੀ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਭ ਪ੍ਰਾਪਤ ਕੀਤਾ ਹੈ, ਆਨੰਦ ਮਾਣਿਆ। ਚਾਲ ਲਾ ਕੇ ਉੱਠ ਨਾਮ ਜਪ ਨਿਸ ਬਾਸਰ ਆਜ਼ਾਦ ਕਾਰਾ ਤੁਝੇ ਨਾ ਪਿਆਪਈ ਨਾਨਕ ਮਿਟੈ ਉਪਾਦ। ਸਤਿਗੁਰੂ ਮਹਾਰਾਜ ਜੀ ਨੇ ਸਾਡੇ ਤਾਈਂ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਵਾਰ-ਵਾਰ ਉਪਦੇਸ਼ ਦਿੱਤਾ ਹੈ। ਬਚਨ ਕੀਤਾ ਹੈ ਕਿ ਭਾਈ ਤੂੰ ਅੰਮ੍ਰਿਤ ਵੇਲੇ ਉੱਠ। ਅੰਮ੍ਰਿਤ ਵੇਲੇ ਉੱਠਣ ਦਾ ਸਭ ਤੋਂ ਵੱਡਾ ਲਾਭ ਇਹ ਹੈ, ਤੈਨੂੰ ਪਰਮਾਤਮਾ ਦੀ ਯਾਦ ਵਿੱਚ ਜੁੜਨ ਵਾਸਤੇ ਇੱਕ ਬੜਾ ਹੀ ਸੁੰਦਰ ਇਕਾਂਤ ਵਾਲਾ ਸਮਾਂ ਮਿਲ ਗਿਆ।
ਉਹ ਸਮਾਂ, ਉਹ ਥਾਂ ਜਿਸ ਨੂੰ ਲੱਭਣ ਵਾਸਤੇ ਕਈ ਵਾਰ ਮਨੁੱਖ ਜੰਗਲਾਂ ਵਿੱਚ, ਗੁਫਾਵਾਂ ਵਿੱਚ ਰਹਿਣਾ ਚਾਹੁੰਦਾ ਹੈ। ਉਹ ਸਤਿਗੁਰੂ ਮਹਾਰਾਜ ਕਹਿੰਦੇ ਤੈਨੂੰ ਆਪਣੇ ਪਰਿਵਾਰ ਵਿੱਚ, ਘਰ ਵਿੱਚ ਹੀ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਦੀ ਇਕਾਂਤ ਸ਼ਾਂਤੀ ਮਨ ਦੇ ਅੰਦਰ ਵੀ ਇਕਾਂਤ ਪੈਦਾ ਕਰ ਦਿੰਦੀ ਹੈ। ਇਸ ਲਈ ਵਾਰ-ਵਾਰ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਸੱਚੀ ਕਹਿਰੀ ਸਤ ਭਲਾ, ਜੋ ਰਾਤ ਦੇ 4 ਪਹਿਰ ਹਨ, ਜਦੋਂ ਰਾਤ ਦਾ ਅਖੀਰਲਾ ਪਹਿਰ ਬਤੀਤ ਹੁੰਦਾ ਹੈ, ਉਸ ਸਮੇਂ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਅੰਮ੍ਰਿਤ ਵੇਲੇ ਜਿਹੜੇ ਗੁਰਮੁਖ ਪਰਮਾਤਮਾ ਦੀ ਬੰਦਗੀ ਕਰਦੇ ਨੇ, ਉਹਨਾਂ ਨੂੰ ਸਹਿਜੇ ਹੀ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ। ਉਠੈ ਪਾਪ ਪੁੰਨ ਦੀ ਜਾਰੀ ਹੈ, ਕੂੜੈ ਘਟੈ ਰਾਸ। ਜਿੱਥੇ ਪਰਮਾਤਮਾ ਦੀ ਸਤ ਸੰਗਤ ਸਜਦੀ ਹੈ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਇਕੱਤਰ ਹੋ ਕਰਕੇ ਨਾਮ ਜਪਦੇ ਹਨ, ਕਥਾ ਕੀਰਤਨ ਗੁਰਬਾਣੀ ਦੇ ਪ੍ਰਵਾਹ ਚੱਲਦੇ ਨੇ, ਉੱਥੇ ਪਾਪ ਅਤੇ ਪੁੰਨ ਦੀ ਵਿਚਾਰ ਕੀਤੀ ਜਾਂਦੀ ਹੈ। ਔਰ ਜੀਵਨ ਦੇ ਅੰਦਰੋਂ ਕੂੜੈ ਘਟੈ ਰਾਸ, ਜੋ ਕੂੜ ਹੈ ਉਸ ਦੀ ਰਾਸ ਘਟ ਜਾਂਦੀ ਹੈ। ਜੋ ਅਸੀਂ ਆਪਣੇ ਹਿਰਦੇ ਅੰਦਰ, ਆਪਣੇ ਮਨ ਦੇ ਵਿੱਚ ਕੂੜ ਨੂੰ ਥਾਂ ਦਿੱਤੀ ਹੋਈ ਹੈ, ਚਾਹੀਦਾ ਤਾਂ ਇਹ ਹੈ ਕਿ ਇੱਥੇ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੋਵੇ, ਉਸ ਦੀ ਯਾਦ ਹੋਵੇ, ਪਰ ਮਨੁੱਖ ਦੇ ਅੰਦਰ ਕੂੜ ਦੀਆਂ ਯਾਦਾਂ ਨੇ, ਕੂੜ ਹੀ ਅੰਦਰ ਟਿਕਿਆ ਹੋਇਆ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਗੈ ਸੰਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕੂੜੈ ਨੇਵੋ ਲੱਗਾ, ਵਿਸਰਿਆ ਕਰਤਾਰ। ਜੋ ਕਰਤਾਰ ਪਰਮਾਤਮਾ ਵਾਹਿਗੁਰੂ ਹੈ, ਉਹ ਭੁੱਲਿਆ ਹੋਇਆ। ਜਿਹੜੇ ਗੁਰਮੁਖ ਨੇ ਉਹ ਜਾਣ ਲੈਂਦੇ ਨੇ ਕਿ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਵਾਹਿਗੁਰੂ ਨੂੰ ਹੀ ਆਪਣੇ ਹਿਰਦੇ ਵਿੱਚ ਵਸਾਉਂਦੇ। ਇਹ ਸਾਰੀਆਂ ਦਾਤਾਂ ਉਸ ਦਾਤੇ ਦੇ ਹੱਥ ਵਿੱਚ ਨੇ, ਔਰ ਦੇਣ ਵਾਲਾ ਇੱਕ ਹੀ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਸਕਦਾ। ਗੁਰੂ ਪਾਤਸ਼ਾਹ ਨੇ ਇੱਕ ਹੀ ਸਿੱਖਿਆ ਦੱਸੀ ਹੈ, ਇੱਕ ਹੀ ਸਿੱਖਿਆ ਉਪਦੇਸ਼ ਜਨਾਉਣਾ ਕੀਤਾ ਹੈ, ਬੁਝਾਉਣਾ ਕੀਤਾ ਹੈ। ਸਾਰੇ ਜੀਵਾਂ ਦਾ ਇੱਕੋ ਹੀ ਦਾਤ ਹੈ, ਜੋ ਮੈਨੂੰ
ਸਭ ਕੁਝ ਦੇ ਰਿਹਾ ਹੈ, ਉਹੀ ਪਰਮਾਤਮਾ ਦੂਜਿਆਂ ਦੇ ਤਾਈਂ ਸਭ ਕੁਝ ਦੇ ਰਿਹਾ ਹੈ। ਸੋ ਮੈਂ ਵਿਸਰ ਨਾ ਜਾਈ, ਉਹ ਪਰਮਾਤਮਾ ਮੈਨੂੰ ਕਦੇ ਨਾ ਭੁੱਲੇ। ਸਤ ਸੰਗਤ ਵਿੱਚ ਜਿਹੜੇ ਗੁਰਮੁਖ ਹਨ, ਪਰਮਾਤਮਾ ਨਾਲ ਮਿਲਦੇ ਨੇ ਔਰ ਗੁਰੂ ਮਹਾਰਾਜ ਨੇ ਇਸ ਕਰਕੇ ਸਤ ਸੰਗਤ ਦੀ ਵਡਿਆਈ ਕੀਤੀ ਹੈ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਸਤ ਸੰਗਤ ਧੰਨ ਹੈ ਜਿੱਥੋਂ ਹਰੀ ਪਰਮਾਤਮਾ ਦੇ ਨਾਮ ਰਸ ਨੂੰ ਪ੍ਰਾਪਤ ਕਰ ਲਈਦਾ। ਗੁਰਮੁਖਾਂ ਨਾਲ ਮਿਲ ਕੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ। ਸਤਿਗੁਰੂ ਮਹਾਰਾਜ ਜੀ ਨਾਮ ਦੀ ਦਾਤ ਦੇ ਦਿੰਦੇ। ਐਸਾ ਹੀ ਭਾਗਾ ਸਮਾਂ ਜੋ ਗੁਰੂ ਮਹਾਰਾਜ ਨੇ ਸਾਡੀ ਝੋਲੀ ਪਾਇਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜੇ ਕੋਈ ਸੰਸਾਰ ਤੋਂ ਕਰਨਾ ਚਾਹੁੰਦਾ ਹੈ, ਲੋੜਦਾ ਹੈ, ਤਾਂ ਉਸ ਨੂੰ ਸਤ ਸੰਗਤ ਕਰਨੀ ਜ਼ਰੂਰੀ ਹੈ। ਔਰ ਗੁਰੂ ਮਹਾਰਾਜ ਨੇ ਇਸ ਗੱਲ ਤੇ ਮੋਹਰ ਲਾਈ ਹੈ, ਜੋ ਵੀ ਸਤ ਸੰਗਤ ਕਰੇਗਾ ਉਸ ਦਾ ਪਾਰ ਉਤਾਰਾ ਹੋਵੇਗਾ। ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਸਤਿਗੁਰੂ ਮਹਾਰਾਜ ਜੀ ਸਾਡੇ ਤਾਈਂ ਇਹ ਉਪਦੇਸ਼ ਬਖਸ਼ ਕੇ ਸੁਚੇਤ ਕਰਦੇ ਨੇ ਕਿ ਇਹ ਜੀਵ ਉਹ ਸੰਸਾਰ ਦੇ ਅੰਦਰ ਪਰਮਾਤਮਾ ਤੋਂ ਭੁੱਲ ਕੇ ਜੀਵਨ ਬਤੀਤ ਕਰ ਰਿਹਾ। ਭੁੱਲਿਆ ਹੈ ਜੀਵ ਮਾਇਆ ਵਿੱਚ ਲੱਗ ਕੇ, ਕਿਉਂਕਿ ਮਾਇਆ ਇਸ ਨੂੰ ਭੁਲਾ ਦਿੰਦੀ ਹੈ। ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਦੁੱਖ ਸੁੱਖ ਇਹੋ ਜਿਉ ਵੱਧ ਹੈ, ਵਿੱਚ ਹਉਮੈ ਕਰਮ ਕਮਾਏ। ਮਾਇਆ ਕਿਸ ਨੂੰ ਆਖਿਆ ਜਾਂਦਾ ਹੈ ਕਿ ਮਾਇਆ ਦੇ ਕੀ ਕਰਮ ਨੇ। ਸਤਿਗੁਰੂ ਕਹਿੰਦੇ ਕਿ ਜਿੰਨੇ ਵੀ ਜੀਵ ਹਨ ਇਹ ਦੁੱਖਾਂ ਦੇ ਸੁੱਖਾਂ ਦੇ ਵਿੱਚ ਬਚੇ ਹੋਏ ਨੇ। ਜੇ ਜੀਵਨ ਅੰਦਰ ਦੁੱਖ ਆ ਗਿਆ ਤਾਂ ਹਰ ਸਮੇਂ ਉਸ ਦੁੱਖ ਦੀ ਨਿਵਰਤੀ ਕਰਨਾ ਚਾਹੀਦਾ, ਸੁੱਖ ਨੂੰ ਪ੍ਰਾਪਤ ਕਰਨਾ ਚਾਹੀਦਾ। ਦੁੱਖ ਨੂੰ ਦੂਰ ਕਰਨ ਵਾਸਤੇ, ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਇਹ ਜੀਵ ਦਿਨ ਰਾਤ ਯਤਨ ਕਰਦਾ ਔਰ ਹਉਮੈ ਵਿੱਚ ਹੀ ਸਾਰੇ ਕਰਮ ਕਰਦਾ। ਮੈਨੂੰ ਸੁੱਖ ਚਾਹੀਦਾ ਹੈ, ਮੇਰੇ ਦੁੱਖ ਦੂਰ ਹੋ ਜਾਣ, ਇਸ ਤਰ੍ਹਾਂ ਹਉਮੈ ਵਿੱਚ ਹੀ ਸਾਰੇ ਕਰਮ ਕਰਦਾ ਹੈ। ਪਰ ਮਾਇਆ ਕਰਕੇ ਪਰਮਾਤਮਾ ਤੋਂ ਭੁੱਲਿਆ ਹੋਇਆ। ਇਹ ਸਤਿਗੁਰੂ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ ਕੇ ਸੁਚੇਤ ਕਰ ਰਹੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਪੰਜਵਾ। ਕਹਾ ਕਰਹਿ ਰੇ ਖਾਟ ਖਾਟਲੀ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਸਾਰੰਗ ਰਾਗ ਅੰਦਰ
ਫਰਮਾਉਂਦੇ ਹਨ, हे जीव तो किस वास्ते ये कहना करता है कि मैं बड़ी खट्टी घटना की है, मैं बहुत कुछ प्राप्त कर लिया है, मैं इन्ना धन खट लिया है, मैं इन्ना धन रोजाना खट लेना कि मैं इन्नी खट्टी होर प्राप्त कर लवांगा। ये किस वास्ते करता रहना है कि मैं इन्निया मंजियां जोड़ लईयां ने, इन्ने मंजे मेरे कोल हन, इन्ने बिस्तरे भाव अपने दुनियावी लोड़ां नूं ही खटण वास्ते दिन रात बतीत करता है। पवन अथार तोर जामरो अत गजरी तेरी रे माटली। हे जीव तोर चांद। सतगुरु कहते जिहड़ा ये तेरा चमड़े का शरीर है ना, रक्त पिंड का बनिया होया पवन अखार, ये हवा करके पवन करके आफरिया होया फुलिया होया, जिवें किसी चीज नूं हवा दे नाल फुला दिया, श्वासां करके इसका आसरा बनया होया है, ये जीवन है। श्वास आई गई तो मनुख साध संगत वाधा होता रहता है, जे श्वास रुक जान तो खेड़ खत्म हो जाए। इसलिए महाराज कहते हवा करके ये तेरा जिहड़ा चमड़ा है ना, शरीर है, ये फुलिया होया है, आफरिया होया है। अत जजरी रे तेरी माटली। हे जीव जिहड़ी तेरी ये बडोली है, शरीर मिट्टी का बनया होया एक पुतला ही है। कबीर माटी के हम पुतरे मानस राखियो नाओ, चार दिवस के पावने बड़ बड़ रुपए खाओ। माटी को पुतरा कैसे नचत है, देखे देखे सुने बोले दौड़ियो फिरत है। जब कछ पावे तब गर्भ करत है, माया कई तब रोवण लगत है। भगत रविदास जी वचन करते महाराज कहते ये जिहड़ा तेरा शरीर है ना, एक मिट्टी का पुतला है और बड़ा ही जजरा है। जिवें किसी चीज़ नूं जड़ लग जाती है ना, लोहे नूं जड़ लगदी, हौली हौली वो लोहा खत्म हो जाता है, खुड़ जाता है। इस तरह ही सतगुरु महाराज कहते ये जिहड़ा तेरा शरीर है, इसनूं काल रूप जड़ लग रही है। भावे दिन रात हौली हौली छोटा हो रहा है, चलनी जानक सुत बटा होता है। इतनाक न जाने जे दिन दिन अवध घटत है। मां कहती है मेरा बच्चा दिन रात बड़ा हो रहा है, सियाणा हो रहा है, पर काल कहता है कि ये दिन रात छोटा हो रहा है। मोर मोर कर अलग लाड तार देखत ही जमराओ हसै। मां अपने बच्चे को बड़ा लाड करती है, मेरा मेरा कह के पालती है, पर कहती जम उसनूं देख के हस गया। क्योंकि सतगुरु महाराज कहते तू दिन रात छोटा हो गया, सानू सचेत करते ने है तो सच ही। इस सच नूं मनुख ओहले रख दिंदा है, पासे कर दिंदा है, पड़दा पा दिंदा है, भुलाउणा चाहुंदा है और दिन रात किसी काम च ही लग्या रहता है भी ये सच जिहड़ा है ना किसी समय मेरी अख के सामने ना आए। जिवें विद्वान कहते किसी चूहे के सामने बिल्ली आ गई तो उसने अखा बंद कर लेना। कबूतर के सामने बिल्ली आ गई, उन्हें अखा बंद कर लिया, पर उस बिल्ली ने झपट मार दिया, देर नहीं लाउणी।
ਜੇ ਕਬੂਤਰ ਨੇ ਚੂਹੇ ਨੇ ਅੱਖਾਂ ਬੰਦ ਹੀ ਕਰ ਲਈਆਂ ਤਾਂ ਉਸ ਨੂੰ ਕੋਈ ਫਾਇਦਾ ਨਹੀਂ ਹੈ, ਕਿਉਂਕਿ ਉਸਨੇ ਬਚਾਅ ਨਹੀਂ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਇਸ ਮੜੋਲੀ ਦੇ ਨਾਲ ਸਰੀਰ ਦੇ ਨਾਲ ਮੋਹ ਲਾਈ ਫਿਰਦਾ ਹੈ, ਪਰ ਤੈਨੂੰ ਇਸ ਦਾ ਇਹ ਨਹੀਂ ਚੇਤਾ ਤੂੰ ਆਪਣੇ ਅੱਖਾਂ ਤੋਂ ਸੱਚ ਨੂੰ ਪਰੇ ਕਰਕੇ ਝੂਠ ਦੇ ਨਾਲ ਜੁੜਨਾ ਚਾਹੁੰਦਾ। ਸੱਚ ਹੈ ਪਰਮਾਤਮਾ, ਪਰਮਾਤਮਾ ਨਾਲ ਮਿਲਣਾ ਹੀ ਤੇਰਾ ਇਹ ਸਭ ਤੋਂ ਵੱਡਾ ਇੱਕ ਮਨੋਰਥ ਹੈ, ਤੈਨੂੰ ਕੰਮ ਮਿਲਿਆ ਹੋਇਆ। ਔਰ ਉਸ ਕੰਮ ਨੂੰ ਤਦੋਂ ਹੀ ਪੂਰਾ ਕਰ ਸਕਦਾ ਹੈ ਜੇ ਤੂੰ ਬੰਦਗੀ ਕਰੇ, ਨਾਮ ਜਪੇ, ਸੇਵਾ ਸਿਮਰਨ ਕਰੇ, ਭਲੇ ਰਸਤੇ ਤੇ। ਮਨੁੱਖ ਨਾ ਹੀ ਬੰਦਗੀ ਕਰਨਾ ਚਾਹੁੰਦਾ ਹੈ, ਨਾ ਹੀ ਭਲੇ ਰਸਤੇ ਤੇ ਤੁਰਦਾ ਹੈ। ਗੁਰੂ ਸਾਹਿਬਾਂ ਦੀ ਸਿੱਖਿਆ ਨੂੰ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਲਈ ਕੱਢ ਦਿੰਦਾ ਹੈ, ਪਰ ਸਤਿਗੁਰੂ ਦਾ ਸਮਝਾ ਰਹੇ ਹਨ, ਸੁਚੇਤ ਕਰ ਰਹੇ ਹਨ। ਜਿਹੜਾ ਸੱਚ ਹੈ ਉਸ ਦੀ ਅਸੀਂ ਪਰਦਾ ਪਾਉਂਦੇ ਹਾਂ, ਔਰ ਗੁਰੂ ਇਸ ਸੱਚ ਤੋਂ ਪਰਦਾ ਨਾ ਕਰਕੇ ਸਾਨੂੰ ਦੱਸਦਾ ਹੈ, ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਦਿਨ ਦਿਨ ਔਤ ਵਿਹਾਤ ਹੈ, ਫੂਟੇ ਘਟ ਜਿਉ ਪਾਣੀ। हे ਜੀਵ, ਜੇ ਤੂੰ ਚੇਤਨਾ ਹੀ ਹੈ, ਯਾਦ ਕਰਨਾ ਹੈ ਤਾਂ ਪਰਮਾਤਮਾ ਨੂੰ ਯਾਦ ਕਰ, ਨਹੀਂ ਤਾਂ ਦਿਨ ਰਾਤ ਤੇਰੀ ਜਿਹੜੀ ਉਮਰ ਹੈ ਨਾ ਇਸ ਤਰ੍ਹਾਂ ਹੱਥੋਂ ਨਿਕਲ ਰਹੀ ਹੈ ਜਿਵੇਂ ਟੁੱਟੇ ਹੋਏ ਘੜੇ ਵਿੱਚੋਂ ਪਾਣੀ ਬੂੰਦ ਬੂੰਦ ਕਰਕੇ ਸਿਮ ਸਿਮ ਕਰਕੇ ਨਿਕਲ ਜਾਂਦਾ ਹੈ। ਹਰ ਗੁਣ ਕਾਹੇ ਨਾ ਗਾਵੇ ਅਚੇਤ ਅਗਿਆਨਾ, ਪਰਮਾਤਮਾ ਨੂੰ ਭੁਲਾ ਕਰਕੇ ਪਰਮੇਸ਼ਰ ਦੀ ਸਿਫਤ ਨਹੀਂ ਕਰਦਾ, ਗੁਣ ਨਹੀਂ ਗਾਉਂਦਾ। ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ, ਝੂਠੇ ਲਾਲਚਾਂ ਵਿੱਚ ਲੱਗ ਕਰਕੇ ਦੁਨੀਆ ਦੇ ਮੋਹ ਵਿੱਚ ਫਸ ਕੇ ਰਹਿ ਗਏ ਹੈ ਔਰ ਆਪਣੀ ਮੌਤ ਦੀ ਪਛਾਣ ਨਹੀਂ ਕੀਤੀ। ਚਾਹੀਦਾ ਤਾਂ ਇਹ ਸੀ ਨਾ ਵੀ ਮੈਨੂੰ ਇੰਨਾ ਸਮਾਂ ਮਿਲਿਆ ਤੇ ਇੰਨੇ ਸਮੇਂ ਦੇ ਵਿੱਚ ਮੈਂ ਆਪਣਾ ਕੋਈ ਕਾਰਜ ਸਵਾਰਨਾ ਹੈ, ਕੁਝ ਲਾਹਾ ਲੈਣਾ ਹੈ, ਬੰਦਗੀ ਦਾ ਸੰਸਾਰ ਵਿੱਚ ਆਏਗਾ। ਜੇ ਤਾਂ ਪਰਮਾਤਮਾ ਤੋਂ ਭੁੱਲ ਕੇ ਜੀਵਨ ਬਤੀਤ ਕੀਤਾ ਤਾਂ ਗੁਰੂ ਮਹਾਰਾਜ ਕਹਿੰਦੇ ਰੈਣ ਗਵਾਈ ਸੋਈ ਕੈ, ਦਿਵਸ ਗਵਾਇਆ ਖਾਈ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਈ। ਰੈਣ ਸੌ ਕਰਕੇ ਗਵਾ ਦਿੱਤੀ, ਸੌ ਲਈ ਰਾਤ ਬਹੁਤ ਸੁੱਤੇ, ਪਰ ਦਿਨ ਖਾ ਪੀ ਕਰਕੇ ਗਵਾ ਲੈਣਾ। ਜਨਮ ਇਸ ਤਰ੍ਹਾਂ ਹੀ ਲੰਘ ਗਿਆ ਔਰ ਇੱਕ ਦਿਨ ਆਇਆ ਕਿ ਜਿਹੜਾ ਇਹ ਮਨੁੱਖਾ ਜਨਮ 84 ਲੱਖ ਜੂਨਾਂ ਦੇ ਵਿੱਚ ਸਾਨੂੰ ਪਰਮਾਤਮਾ ਨੇ ਸਭ ਤੋਂ ਸਰੋਵਣੀ ਜਨਮ ਬਖਸ਼ਿਆ ਸੀ। ਉਸ ਨੂੰ ਮਹਾਰਾਜ ਕਹਿੰਦੇ ਕੌਡੀਆਂ ਦੇ ਬਦਲੇ ਗਵਾ ਲੈਣਾ। ਜਿਨ੍ਹਾਂ ਕਰਮਾਂ ਨੂੰ, ਜਿਨ੍ਹਾਂ ਧੰਦਿਆਂ ਨੂੰ ਕਰਦਾ ਰਿਹਾ ਉਹ ਇਸ ਦੇ ਕਿਸੇ ਅਰਥ ਨਹੀਂ, ਕਿਸੇ ਫਲ ਨਹੀਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹਨੇ ਸੱਚ ਦੀ ਪਛਾਣ ਨਹੀਂ ਕੀਤੀ, ਸੱਚ ਤੋਂ ਦੂਰ ਹੀ ਹੋਇਆ। ਇਸ ਲਈ ਸਾਨੂੰ ਸਮਝਾਉਂਦੇ ਨੇ, हे ਜੀਵ, ਜਿਹੜੀ ਤੇਰੀ ਇਹ ਪੰਜ ਤੱਤਾਂ ਦੀ ਮੜੋਲੀ ਦੇਹ ਹੈ ਨਾ, ਇਹ ਜਜਰੀ ਹੈ, ਇਹਨੂੰ ਜੜ ਲੱਗੀ ਹੋਈ ਹੈ ਭਾਈ, ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਰਹਾਉ ਊਹੀ ਤੇ ਹਰਿਓ, ਊਹਾ ਨੇ ਧਰਿਓ, ਜੈਸੇ ਬਾਸਾ ਮਾਸ ਪੇਟ ਝਾਟਲੀ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ, हे ਜੀਵ, ਤੂੰ ਕਿਸੇ ਦੇ ਕੋਲੋਂ ਧਨ ਚੁਰਾ ਕੇ ਲਿਆਉਂਦਾ ਹੈ, ਉੱਥੋਂ ਕਈ ਤਰ੍ਹਾਂ ਦੇ ਕਾਪਟ ਕਰਕੇ, ਛਲ ਕਰਕੇ, ਕਿਸੇ ਗਰੀਬ ਤੋਂ ਧੱਕੇ ਦੇ ਨਾਲ, ਰਿਸ਼ਵਤ ਦੇ ਨਾਲ, ਜ਼ੋਰ ਦੇ ਕਰਕੇ, ਤਾਕਤ ਦੇ ਨਾਲ ਧਨ ਚੁਰਾ ਲੈਣਾ। ਕਈ ਵਾਰ ਠੱਗੀਆਂ ਵੀ ਮਾਰ ਲੈਂਦੇ ਨੇ, ਕਈ ਵਾਰ ਕਈ ਤਰ੍ਹਾਂ ਦੇ ਤਰੀਕੇ ਵਰਤ ਲੈਂਦੇ ਨੇ। ਉਹੀ ਤੇ ਹਰਿਓ, ਉੱਥੋਂ ਤੋਂ ਧਨ ਚੁਰਾ ਲੈਣਾ ਕੀਤਾ, ਉਹਨਾਂ ਦੇ ਪਰਿਵਾਰ ਨੂੰ ਲੁੱਟ ਲਿਆ,
ਉਸ ਬੰਦੇ ਨੂੰ ਲੁੱਟ ਲੈਣਾ ਕੀਤਾ, ਖਾਲੀ ਕਰ ਦਿੱਤਾ। ਊਹਾ ਲੈ ਧਰਿਓ ਔਰ ਆਪਣੇ ਪਰਿਵਾਰ ਤੇ ਲਿਆ ਕੇ ਉਹ ਧਨ ਰੱਖ ਦਿੱਤਾ, ਆਪਣੇ ਨਾਮ ਤੇ ਜਮ੍ਹਾਂ ਕਰਾ ਲਿਆ, ਆਪਣੇ ਬੱਚਿਆਂ ਦੇ, ਆਪਣੇ ਘਰ ਵਿੱਚ ਗੁਪਤ ਥਾਵਾਂ ਤੇ ਉਹ ਧਨ ਸਾਂਭ ਕੇ ਰੱਖ ਦਿੱਤਾ। ਉਹੀ ਤੇ ਹਰਿਓ ਊਹਾ ਲੈ ਧਰਿਓ, ਉਹਨਾਂ ਦੇ ਪਰਿਵਾਰ ਤੋਂ ਲੁੱਟ ਲਿਆ ਤੇ ਆਪਣੇ ਪਰਿਵਾਰ ਤੇ ਜਾ ਕੇ ਰੱਖ ਦਿੱਤਾ। ਜੈਸੇ ਬਾਸਾ ਮਾਸ ਜੀਵਤ ਝਾਟਲੀ। ਦੇਖੋ ਗੁਰੂ ਸਾਹਿਬ ਨੇ ਸਾਨੂੰ ਕਿੰਨੀਆਂ ਨਿੱਕੀਆਂ ਨਿੱਕੀਆਂ ਜੀਆਂ ਉਦਾਹਰਨਾਂ ਦੇ ਕੇ ਸਮਝਾਇਆ। ਮਹਾਰਾਜ ਕਹਿੰਦੇ ਤੇਰੀ ਹਾਲਤ ਪਤਾ ਕਿਹੋ ਜਿਹੀ ਹੈ, ਜਿਵੇਂ ਛੋਟਾ ਜਿਹਾ ਬਾਜ ਹੁੰਦਾ ਹੈ। ਬਾਸਾ ਕਹਿੰਦੇ ਨੇ ਛੋਟੇ ਬਾਜ ਨੂੰ। ਜਦੋਂ ਸ਼ਿਕਾਰੀ ਛੋਟੇ ਬਾਜ ਨੂੰ ਸ਼ਿਕਾਰ ਕਰਨਾ ਖੇਡਣਾ ਸਿਖਾਉਂਦੇ ਸਾਧ ਸੰਗਤ, ਤਾਂ ਉਹਨਾਂ ਦੇ ਝੋਲੇ ਵਿੱਚ ਇੱਕ ਮਾਸ ਹੁੰਦਾ ਹੈ। ਉਹ ਮਾਸ ਦਾ ਟੁਕੜਾ ਉਸ ਬਾਜ ਨੂੰ ਦੇ ਦਿੰਦੇ ਨੇ। ਉਹ ਬਾਜ ਝਪਟ ਮਾਰ ਦਿੰਦਾ, ਝਪਟ ਮਾਰ ਕੇ ਉਸ ਮਾਸ ਨੂੰ ਉੱਡ ਜਾਂਦਾ ਹੈ, ਪਰ ਉੱਡਦਾ ਉੱਡਦਾ ਫਿਰ ਉਸੇ ਸ਼ਿਕਾਰੀ ਦੇ ਕੋਲ ਆ ਕੇ ਬੈਠ ਜਾਂਦਾ ਹੈ ਤੇ ਜਿੱਥੋਂ ਉਸਨੇ ਮਾਸ ਦਾ ਟੁਕੜਾ ਕੱਢ ਕੇ ਦਿੱਤਾ ਸੀ ਉੱਥੇ ਰੱਖ ਦਿੱਤਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਬਾਜ ਸਿੱਖ ਜਾਂਦਾ ਹੈ ਨਾ, ਤੇ ਫਿਰ ਉਹ ਦੂਜੇ ਸ਼ਿਕਾਰਾਂ ਨੂੰ ਮਾਰ ਕੇ ਲੈ ਕੇ ਆਉਂਦਾ ਹੈ ਔਰ ਸ਼ਿਕਾਰੀ ਕੋਲ ਲੈ ਆਉਂਦਾ ਹੈ, ਛੋਟੇ ਪੰਛੀਆਂ ਨੂੰ ਮਾਰ ਮਾਰ ਕੇ ਲਈ ਆਉਂਦਾ ਹੈ। ਜਿਹੜੇ ਉਹ ਸ਼ਿਕਾਰੀ ਨੇ ਫਿਰ ਉਸ ਬਾਜ ਨੂੰ ਥੋੜਾ ਜਿਹਾ ਤਾਮਾ ਖਵਾ ਦਿੰਦੇ। ਤਾਮੇ ਤੋਂ ਭਾਵ ਹੈ ਕਿ ਕੱਚਾ ਮਾਸ ਉਸ ਬਾਜ ਨੂੰ ਪਹਿਲਾਂ ਖਵਾ ਦਿੰਦੇ ਨੇ ਥੋੜਾ ਜਿਹਾ, ਤੇ ਬਾਕੀ ਬਚਦਾ ਜਿਹੜਾ ਹੈ ਉਹ ਆਪ ਖਾ ਲੈਂਦੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ हे ਜੀਵ, ਤੇਰੀ ਹਾਲਤ ਹੈ ਕਿ ਜਿਹੜੇ ਤੇਰੇ ਪਰਿਵਾਰ ਵਾਲੇ ਨੇ ਉਹਨਾਂ ਨੂੰ ਪਾਲਣ ਵਾਸਤੇ ਤੂੰ ਦੂਜੇ ਲੋਕਾਂ ਨੂੰ ਠੱਗਦਾ ਹੈ। ਬਹੁਤ ਪਰਪੰਚ ਕਰ ਧਨ ਲਿਆਵੇ। ਅੱਜ ਕੱਲ੍ਹ ਤਾਂ ਬਾੜੇ ਹੀ ਬਹੁਤੇ ਇਹ ਲੋਕ ਚੱਲੇ ਹੋਏ ਸਾਧ ਸੰਗਤ ਜਿਹੜੇ ਠੱਗੀਆਂ ਮਾਰਦੇ ਨੇ। ਕਿਵੇਂ ਦੇਖੋ ਘਰਾਂ ਵਿੱਚ ਆ ਜਾਂਦੇ ਨੇ, ਕਿਵੇਂ ਤੁਹਾਨੂੰ ਫੋਨ ਕਰਕੇ ਠੱਗ ਲੈਂਦੇ ਨੇ, ਕਈ ਤਰ੍ਹਾਂ ਦੇ ਲਾਭ। ਬਹੁਤ ਪਰਪੰਚ ਕਰ ਧਨ ਲਿਆਵੇ, ਸੁਧ ਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ। ਗੁਰੂ ਸਾਹਿਬਾਂ ਨੇ ਸਮਝਾਇਆ ਨਾ ਕਿ ਜੀਵ ਬਹੁਤੇ ਪ੍ਰਪੰਚ ਕਰਕੇ, ਕਈ ਤਰ੍ਹਾਂ ਦੇ ਸਾਲ ਫਰੀਬ ਵਰਤ ਕੇ, ਦੂਜਿਆਂ ਦਾ ਧਨ ਚੁਰਾ ਕੇ, ਦੂਜਿਆਂ ਦੇ ਘਰਾਂ ਨੂੰ ਲੁੱਟ ਕੇ ਆਪਣੇ ਘਰ ਨੂੰ ਭਰੀ ਜਾਂਦਾ ਹੈ, ਆਪਣੇ ਘਰੇ ਜਮਾ ਕਰੀ ਜਾਂਦਾ ਹੈ। ਉਹੀ ਤੇ ਹਰਿਓ ਊਹਾ ਲੈ ਧਰਿਓ, ਉਹਨਾਂ ਦੇ ਘਰੋਂ ਚੁਰਾ ਲਿਆ, ਉਹਨਾਂ ਦੇ ਘਰ ਨੂੰ ਲੁੱਟ ਲਿਆ, ਪਰਿਵਾਰ ਤੋਂ ਲੈ ਲਿਆ, ਆਪਣੇ ਪਰਿਵਾਰ ਨੂੰ ਲਿਆ ਕੇ ਦਿੱਤਾ। ਤੇ ਤੇਰੀ ਇਸ ਤਰ੍ਹਾਂ ਦੀ ਹਾਲਤ ਹੈ ਜਿਵੇਂ ਛੋਟਾ ਜਿਹਾ ਬਾਜ ਹੁੰਦਾ ਹੈ। ਜਿਹੜੇ ਤੇਰੇ ਪਰਿਵਾਰ ਵਾਲੇ ਨੇ ਉਹ ਤਾਂ ਸ਼ਿਕਾਰੀ ਨੇ, ਜਿਹੜੀ ਤੇਰੀ ਇਸਤਰੀ ਹੈ, ਤੇਰੇ ਬੱਚੇ ਨੇ ਉਹ ਤਾਂ ਸ਼ਿਕਾਰੀ ਦੀ ਨਿਆਈ ਹਨ, ਤੇ ਤੂੰ ਛੋਟੇ ਬਾਜ ਦੀ ਨਿਆਈ ਹੈ। ਤੈਨੂੰ ਥੋੜਾ ਜਿਹਾ ਪਰਿਵਾਰ ਦਾ ਮੋਹ ਕੀ ਚੁੰਬੜਿਆ, ਤੂੰ ਉਹਨਾਂ ਦੇ ਵਾਸਤੇ ਦੂਜਿਆਂ ਦਾ ਸ਼ਿਕਾਰ ਕਰਦਾ ਹੈ। ਤੇ ਪਰਿਵਾਰ ਵਾਲੇ ਤੈਨੂੰ ਥੋੜਾ ਜਿਹਾ ਲਾਲਚ ਦੇ ਦਿੰਦੇ ਨੇ, ਥੋੜਾ ਜਿਹਾ ਮੋਹ ਦਿੰਦੇ ਨੇ, ਤੇ ਬਾਕੀ ਫਿਰ ਸਾਰੇ ਉਹੀ ਛੱਡ ਤੇ ਛਕਾਉਂਦੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਵੇਂ ਛੋਟਾ ਬਾਜ ਹੁੰਦਾ ਹੈ ਭਾਈ, ਮਾਸ ਦੀ ਝਪਟ ਮਾਰ ਕਰਕੇ ਉਹ ਮਾਸ ਨੂੰ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਹੀ ਜੀਵ ਦਾ ਜੀਵਨ ਬਤੀਤ ਹੁੰਦਾ ਜਾਂਦਾ ਹੈ। ਦੇਵਨਾ ਸਾਰ ਵਿਸਾਰਿਓ ਅੰਦਲੇ, ਜੋ ਸਫਲੀ ਉਦਰ ਭਰੈ ਬਹਿ ਹਾਟਲੀ। हे ਜੀਵ, ਤੂੰ ਜੋ ਦੇਣ ਵਾਲਾ ਦਾਤਾ ਪਰਮੇਸ਼ਰ ਵਾਹਿਗੁਰੂ ਹੈ, ਉਸ ਨੂੰ ਭੁਲਾ ਦਿੱਤਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਮਹਾਰਾਜ ਕਹਿੰਦੇ ਜਿਹੜੀਆਂ ਦਾਤਾਂ ਨੇ ਉਹ ਤਾਂ ਪਿਆਰੀਆਂ ਲੱਗਦੀਆਂ, ਪਰਮਾਤਮਾ ਕੋਲ ਆਉਂਦੇ ਨੇ, ਮਹਾਰਾਜ ਸਾਡਾ ਘਰ ਭਰ ਦੇ। ਮਹਾਰਾਜ ਨੇ ਘਰ ਭਰ ਦਿੱਤਾ, ਫਿਰ ਕਹਿੰਦੇ ਹੁਣ ਤੂੰ ਹੀ ਤੇ ਅਸੀਂ ਵੀ। ਮਹਾਰਾਜ ਸਾਡੇ ਘਰੇ ਔਲਾਦ ਨਹੀਂ ਹੈ, ਸਾਨੂੰ ਔਲਾਦ ਬਖਸ਼ ਦਿਓ। ਔਲਾਦ ਵੀ ਹੋ ਗਈ, ਹੁਣ ਕਹਿੰਦੇ ਤੂੰ ਕੀ ਤੇ ਅਸੀਂ।
ਇਸ ਤਰ੍ਹਾਂ ਦਾਤਾਂ ਪਿਆਰੀਆਂ ਲੱਗਦੀਆਂ। ਜਿਹੜਾ ਪਰਮਾਤਮਾ ਨੇ ਧਨ ਦਿੱਤਾ ਸੀ ਉਹ ਪਿਆਰਾ ਲੱਗਦਾ, ਉਹਨੂੰ ਐਸ਼ ਆਰਾਮ ਕਰਦੇ। ਔਲਾਦ ਮਿਲ ਗਈ, ਔਲਾਦ ਦੇ ਨਾਲ ਮੋਹ ਪੈ ਜਾਂਦਾ ਹੈ, ਦਾਤਾ ਭੁੱਲ ਜਾਂਦਾ ਹੈ ਜਿਹਨੇ ਦਿੱਤਾ ਸੀ। ਸਾਡੇ ਜੀ ਇਹੀ ਕਮੀ ਹੈ ਨਾ, ਅਸੀਂ ਗੁਰੂ ਕੋਲੋਂ ਮੱਤ ਵੀ ਲੈ ਲਿਆ ਕਰੀਏ, ਮਹਾਰਾਜ ਸਾਨੂੰ ਧਨ ਤਾਂ ਦੇ ਦਿੱਤਾ, ਇਹਨੂੰ ਵਰਤਨ ਦੀ ਜਾਂਚ ਵੀ ਦੇ ਦੇ। ਜਿਹੜੇ ਤੋਂ ਸਾਨੂੰ ਤੋਹਫੇ ਦੇ ਰਿਹਾ ਨਾ ਦਿਨ ਰਾਤ, ਕਿਤੇ ਨੌਕਰੀ ਤੇ ਲਾ ਦਿੱਤਾ, ਕਿਤੇ ਕੋਈ ਵੀ ਕੰਮ ਕਾਮਯਾਬ ਕਰ ਦਿੱਤਾ, ਤੇ ਉਹ ਜਿਹੜਾ ਧਨ ਦਿੱਤਾ ਹੈ ਉਹਨੂੰ ਵਰਤਨ ਦੀ ਸਮਝ ਵੀ ਦੇ ਦੇ, ਗੁਰਮਤਿ ਵੀ ਦੇ ਦੇ। ਕਿਤੇ ਅਸੀਂ ਮਤ ਵਿੱਚ ਲੱਗ ਕੇ ਇਸ ਧਨ ਨੂੰ ਮਾੜੇ ਪਾਸੇ ਐਸ਼ ਆਰਾਮ ਵਿੱਚ ਨਾ ਖਤਮ ਕਰ ਦਈਏ। ਮਤ ਨਹੀਂ ਅਸੀਂ ਲੈਣੀ। ਅਸੀਂ ਔਲਾਦ ਵੀ ਮੰਗਦੇ ਹਾਂ, ਪੁੱਤਰਾਂ ਧੀਆਂ ਨੂੰ ਮੰਗਦੇ ਹਾਂ, ਪਰ ਅਸੀਂ ਇਹ ਮਤ ਨਹੀਂ ਮੰਗਦੇ ਵੀ हे ਗੁਰੂ ਇਹ ਤੇਰੇ ਹੁਕਮ ਵਿੱਚ ਚੱਲਣ ਵਾਲੇ, ਗੁਰਮਤਿ ਦੇ ਰਾਹ ਤੇ ਚੱਲਣ ਵਾਲੇ, ਉਹ ਸਾਡੀ ਮਤ ਕਰੇ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਮਨਮੁਖ ਬੰਦਾ ਹੈ ਨਾ, ਜਿੰਦੇ ਖਾਵੋ ਦਿੱਤਾ ਚੰਗਾ। ਮਨਮੁਖ ਐਸਾ ਜਾਣੀਏ, ਜਿਹੜਾ ਮਨਮੁਖ ਜੀਵ ਹੈ ਉਹ ਦੇਣ ਵਾਲੇ ਨਾਲੋਂ ਦਿੱਤੇ ਨੂੰ ਚੰਗਾ ਸਮਝਦਾ। ਦਿੰਦੇ ਖਾਵੋ, ਜਿਹੜਾ ਦੇਣ ਵਾਲਾ ਦਾਤਾ ਪਰਮਾਤਮਾ ਹੈ ਨਾ, ਉਹਦੇ ਨਾਲੋਂ ਦਿੱਤਾ ਚੰਗਾ। ਜਿਹੜਾ ਪਰਮਾਤਮਾ ਨੇ ਦਿੱਤਾ ਹੈ ਘਰ-ਬਾਰ, ਪਰਿਵਾਰ, ਧਨ ਦੌਲਤ, ਉਹ ਚੰਗਾ ਸਮਝਦਾ। ਮਨਮੁਖ ਐਸਾ ਜਾਣੀਏ। ਗੁਰਬਾਣੀ ਤਾਂ ਸਾਨੂੰ ਪ੍ਰਤੱਖ ਹੀ ਦੱਸ ਰਹੀ ਹੈ ਵੀ ਗੁਰਮੁਖ ਕਿਹੜਾ ਹੈ, ਮਨਮੁਖ ਕਿਹੜਾ ਹੈ, ਸਾਖਤ ਕਿਹੜਾ ਹੈ, ਵਿਛੜਿਆ ਕਿਹੜਾ, ਮਿਲਿਆ ਕਿਹੜਾ, ਗੁਰੂ ਵਾਲਾ ਕਿਹੜਾ ਹੈ ਤੇ ਗੁਰੂ ਤੋਂ ਬੇਮੁਖ ਕਿਹੜਾ ਹੈ। ਗੁਰਬਾਣੀ ਨੇ ਹਰ ਗੱਲ ਦਾ ਸਾਨੂੰ ਸਾਧ ਸੰਗਤ ਫੈਸਲਾ ਦਿੱਤਾ ਹੋਇਆ। ਦੇਨਹਾਰ ਵਿਸਾਰਿਓ ਅੰਧਰੇ ਤੇ ਅੰਨੇ ਜੀਵ, ਤੂੰ ਦੇਣ ਵਾਲਾ ਦਾਤਾ, ਜਿਸ ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦਿੱਤਾ, ਜੀਵਨ ਦਿੱਤਾ, ਸਾਰਾ ਕੁਝ ਹੀ ਦੇ ਦਿੱਤਾ, ਉਹਨੂੰ ਤੂੰ ਵਿਸਾਰ ਦਿੱਤਾ। ਜੋ ਸਫਰੀ ਤੇ ਮਹਾਰਾਜ ਕਹਿੰਦੇ ਉਧਰ ਭਰਿਆ ਬਹਿ ਹਾਜ਼ਰੀ। ਜਿਵੇਂ ਸਫਰੀ ਨਾਮ ਕਹਿ ਲਈਏ ਕੋਈ ਰਾਹੀ, ਕਹਿੰਦੇ ਰਸਤੇ ਵਿੱਚ ਕਿਸੇ ਥਾਂ ਤੇ ਦੁਕਾਨ ਤੇ ਬੈਠ ਕਰਕੇ ਆਪਣਾ ਪੇਟ ਭਰ ਲੈਂਦਾ ਤੇ ਪੇਟ ਭਰ ਕੇ ਗਾਂਹ ਤੁਰ ਜਾਂਦਾ ਹੈ ਨਾ, ਇਹੋ ਜਿਹੀ ਤੇਰੀ ਹਾਲਤ ਹੈ ਵੀ ਆਪਣਾ ਤਾਂ ਖਾਣ ਪੀਣ ਤੱਕ ਹੀ ਸੀਮਿਤ ਹੈ। ਬਸ ਪਰਮਾਤਮਾ ਤੋਂ ਮੰਗਣਾ ਹੀ ਬਸ ਇੰਨਾ ਹੀ ਕੰਮ ਸੀ ਆਪਣਾ, ਬਾਕੀ ਵਰਤਣਾ ਤਾਂ ਆਪਣੇ ਆਪ ਹੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਤੇਰੀ ਹਾਲਤ ਹੈ ਵੀ ਤੂੰ ਕੇਵਲ ਦੁਨੀਆ ਮਾਤਰ ਹੀ ਜੀਵਨ ਬਤੀਤ ਕਰ ਸਕਦਾ ਹੈ। ਤੇ ਦੁਨੀਆ ਵਿੱਚ ਖਾ ਲੋ, ਪੀ ਲੋ, ਲੁੱਟ ਲੋ, ਐਸ਼ ਆਰਾਮ ਕਰ ਲੋ, ਅੱਗਾ ਪਿੱਛਾ ਕਿਹਨੇ ਦੇਖਿਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜੋ ਸਫਰੀ ਉਧਰ ਭਰੈ ਰਹਿ ਹਾਜ਼ਰੀ। ਜਿਵੇਂ ਸਾਧ ਸੰਗਤ ਸਫਰੀ ਕਹਿੰਦੇ ਮਦਾਰੀ ਨੂੰ, ਜਿਹੜਾ ਮਦਾਰੀ ਹੁੰਦਾ ਹੈ ਨਾ, ਉਹ ਖੇਲ ਦਿਖਾ ਕਰਕੇ ਲੋਕਾਂ ਤੋਂ ਪੈਸੇ ਲੈ ਲੈਂਦਾ ਹੈ ਤੇ ਫਿਰ ਕਿਸੇ ਹੱਟੀ ਤੇ ਬਹਿ ਕਰਕੇ ਉਹ ਖਾਂਦਾ ਪੀਂਦਾ ਹੈ, ਢਿੱਡ ਭਰ ਲੈਂਦਾ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਤੂੰ ਦੁਨੀਆ ਵਿੱਚ ਦਿਖਾਵੇ ਤੇ ਖੇਲ ਹੀ ਦਿਖਾਉਣਾ ਹੀ ਮੈਂ ਬੜਾ ਧਰਮੀ ਹੈ, ਮੈਂ ਬੜਾ ਹੀ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ। ਅੰਦਰੋਂ ਤੇਰੇ ਅੰਦਰ ਇੱਛਾ ਹੀ ਇੱਛਾ ਭਰੀਆਂ ਹੋਈਆਂ, ਅੰਦਰੋਂ ਤੇਰੇ ਅੰਦਰ ਦੁਨੀਆ ਦੀਆਂ ਇੱਛਾ ਨੇ, ਤੈਨੂੰ ਦੁਨੀਆ ਦੇ ਸੌਖੀ ਆਰਾਮ ਹੀ ਚਾਹੀਦੀ, ਪਰਮਾਤਮਾ ਚੇਤੇ ਨਹੀਂ ਆਉਂਦਾ। ਜੋ ਸਫਰੀ ਉਧਰ ਭਰੈ ਕਹੇ ਹਾਜ਼ਰੀ। ਸਤਿਗੁਰੂ ਮਹਾਰਾਜ ਕਹਿੰਦੇ ਸਫਰੀ ਕਹਿੰਦੇ ਨੇ ਸਾਧ ਸੰਗਤ ਬਗਲੇ ਨੂੰ ਵੀ। ਜਿਵੇਂ ਬਗਲਾ ਹੁੰਦਾ ਹੈ ਨਾ, ਮੱਛੀ ਨੂੰ ਜਦੋਂ ਖਾਂਦਾ ਹੈ, ਕਿਸੇ ਛੱਪੜੀ ਤੇ ਬੈਠ ਕੇ ਕਿਨਾਰੇ ਤੇ ਜਦੋਂ ਉਹ ਕਿਸੇ ਮੱਛੀ ਨੂੰ ਫੜ ਲੈਂਦਾ ਹੈ ਤੇ ਥੋੜਾ ਜਿਹਾ ਪਿੱਛੇ ਹੋ ਕਰਕੇ, ਪਿੱਛੇ ਨੂੰ ਹਟ ਕੇ ਨਾ, ਤੇ ਉਸ ਮੱਛੀ ਨੂੰ ਆਪਣੇ ਅੰਦਰ ਸਿੱਧਾ ਹੀ ਲੰਘਾ ਲੈਂਦਾ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਤੇਰੀ ਬਗਲੇ ਵਾਲੀ ਹਾਲਤ ਹੈ ਭਾਈ, ਕਿ ਤੂੰ ਦੁਨੀਆ ਦੇ ਵਿੱਚ ਲੋਕਾਂ ਨੂੰ ਠੱਗ ਕੇ ਕਈ ਤਰ੍ਹਾਂ ਦੀ ਪਰ ਧਨ ਪਰਤੀ ਨਿੰਦਾ, ਪਰਾਇਆ ਧਨ ਚੁਰਾਉਣਾ, ਪਰਾਈਆਂ ਇਸਤਰੀਆਂ ਤੇ ਨਿਗਾਹ ਰੱਖਣੀ ਤੇ ਫਿਰ ਵਿਸ਼ੇ ਭੋਗਣ ਵਿੱਚ ਲੱਗਿਆ ਰਹਿਣਾ ਹੈ। ਸਾਤ ਵਿਕਾਰ ਵਿਕਾਰ ਝੂਠ ਰਸ, ਜਿਹ ਜਨ ਤਹ ਭੀਲ ਬਾਟਲੀ। ਸਤਿਗੁਰੂ ਸਾਨੂੰ ਸੁਚੇਤ ਕਰਦੇ ਨੇ। ਕਈ ਵਾਰ ਅਸੀਂ ਕਹਿੰਦੇ ਹਾਂ ਵੀ ਮਹਾਰਾਜ ਨੇ ਤਾਂ
ਇਹੋ ਜਿਹਾ ਸਾਨੂੰ ਉਪਦੇਸ਼ ਦਿੱਤਾ ਕਿ ਸੁਣਿਆ ਹੀ ਨਹੀਂ ਜਾਂਦਾ। ਪਰ ਗੁਰੂ ਸਾਹਿਬ ਸਾਨੂੰ ਸੁਚੇਤ ਕਰਦੇ ਕਿ ਜੇ ਤੇਰਾ ਇੱਧਰਲਾ ਪਾਸਾ ਹੈ ਨਾ, ਤੂੰ ਇਹੋ ਜਿਹਾ ਜੀਵਨ ਬਤੀਤ ਕਰਦਾ ਹੈ ਤੇ ਸਮਝ ਚੱਲ ਭਾਈ। ਆਖਿਆ ਸਮਝ ਚੱਲੋ ਆਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਗੁਰੂ ਮਹਾਰਾਜ ਕਹਿੰਦੇ ਸਾਧ ਵਿਕਾਰ ਜਿਹੜੇ ਸਵਾਦ ਲੈਂਦਾ ਨਾ ਦੁਨੀਆ ਵਿੱਚ ਵਿਕਾਰਾਂ ਦੇ, ਇਹ ਵਿਕਾਰ ਜਿਹੜੇ ਹਨ ਇਹ ਤੈਨੂੰ ਮਾੜੇ ਪਾਸੇ ਲਾਉਣ ਵਾਲੇ। ਤੂੰ ਇਹਨਾਂ ਦੇ ਵਿੱਚ ਝੂਠ ਬੋਲਦਾ ਹੈ। ਦੇਖੋ ਜਿਹੜੇ ਬਹੁਤੇ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਖਾਂਦੇ ਹੋ, ਉਹਨਾਂ ਨੂੰ ਝੂਠ ਬੋਲਣਾ, ਝੂਠੀਆਂ ਗੱਲਾਂ ਕਰਨੀਆਂ, ਨਿੰਦਿਆ ਕਰਨੀ ਚੰਗੀ ਲੱਗਦੀ। ਜਿਹੜੇ ਲੋਕ ਸ਼ਰਾਬਾਂ ਪੀਂਦੇ, ਜੂਏ ਖੇਡਦੇ, ਸਾਧ ਸੰਗਤ ਮਾੜੀਆਂ ਥਾਵਾਂ ਤੇ ਬਹਿੰਦੇ ਨੇ, ਉਹਨਾਂ ਨੂੰ ਸੱਚ ਸੁਣਨਾ ਬੜਾ ਔਖਾ ਲੱਗਦਾ। ਉਹਨਾਂ ਨੂੰ ਝੂਠ ਸੁਣਾਉਣਾ ਹੋਵੇ ਨਾ, ਕੋਈ ਕਹਾਣੀ ਘੜ ਲਓ, ਭਾਵੇਂ ਕੁਝ ਹੋਵੇ ਹੀ ਨਾ, ਪਰ ਫਿਰ ਵੀ ਉਹ ਵਾਹ ਵਾਹ ਕਰੀ ਜਾਂਦੇ। ਤੇ ਜੇ ਉਹਨਾਂ ਨੂੰ ਕੋਈ ਸੱਚੀ ਗੱਲ ਸੁਣਾ ਦੋ, ਫਿਰ ਇਸ ਤਰ੍ਹਾਂ ਜਿਵੇਂ ਕੌੜਾ ਘੁੱਟ ਭਰਨਾ ਪੈਂਦਾ, ਕਿਉਂਕਿ ਸੱਚ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਬਹੁਤੇ ਸਵਾਦਾਂ 'ਚ ਪਿਆ ਹੋਵੇ, ਵਿਕਾਰ ਭੋਗਦਾ ਹੋਵੇ, ਬਹੁਤੇ ਰਸ ਲੈਂਦਾ ਹੋਵੇ, ਉਹਨੂੰ ਝੂਠ ਵਿੱਚ ਹੀ ਰਸ ਆਉਂਦਾ ਹੈ। ਸਾਧ ਵਿਕਾਰ ਵਿਕਾਰ ਝੂਠ ਰਸ, ਇਹ ਜੀਵ ਤੂੰ ਵਿਕਾਰਾਂ ਦੇ ਸਵਾਦ ਵਿੱਚ ਲੱਗਿਆ ਹੋਇਆ, ਤੈਨੂੰ ਵਿਕਾਰ ਜਿਹੜੇ ਨੇ ਸਵਾਦੇ ਲੱਗਦੇ ਨੇ। ਵਿਕਾਰ ਝੂਠ ਰਸ, ਪਰ ਇਹਨਾਂ ਵਿਕਾਰਾਂ ਦਾ ਜਿਹੜਾ ਰਸ ਹੈ ਨਾ ਝੂਠਾ ਹੈ। ਸਤਿਗੁਰੂ ਕਹਿੰਦੇ ਇਹ ਦੁਨੀਆ ਮਾਤਰੀ ਹੈ। ਇਹਦਾ ਪਰਲੋਕ ਵਿੱਚ ਜਾ ਕਰਕੇ ਜਦੋਂ ਜੀਵ ਨੂੰ ਹਿਸਾਬ ਦੇਣਾ ਪੈਂਦਾ, ਫਿਰ ਜੀਵ ਬਹੁਤ ਔਖਾ ਹੋ ਜਾਂਦਾ। ਦਿਖਾਈ ਦਿਨ ਰਹਿਣ ਜਿਹੜੀ ਗੁਜ਼ਾਰੈ, ਗੋਬਿੰਦ ਨਾ ਭਜੈ ਅਹਮਦ ਮਾਤਾ, ਜਨਮ ਜੁਐ ਜਿਉ ਹਾਰੈ। ਮਹਾਰਾਜ ਕਹਿੰਦੇ ਜਿਹੜਾ ਦਿਖਾਈ ਜੀਵ ਹੈ ਉਹ ਗੋਬਿੰਦ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਤੇ ਫਿਰ ਸਾਧ ਸੰਗਤ ਆਪਣਾ ਜਨਮ ਇਸ ਤਰ੍ਹਾਂ ਹਾਰ ਕੇ ਚਲਿਆ ਜਾਂਦਾ ਹੈ, ਜਿਵੇਂ ਇੱਕ ਜੁਆਰੀ ਜੂਏ ਵਿੱਚੋਂ ਹਾਰ ਕੇ ਘਰੇ ਚਲਿਆ ਜਾਂਦਾ। ਜਹ ਜਾਨੋ ਤਹ ਭੀਰ ਬਾਟਦੀ, ਇਹ ਜੀਵ ਜਿੱਥੇ ਤੂੰ ਅੱਗੇ ਪਰਲੋਕ ਵਿੱਚ ਜਾਣਾ ਹੈ ਨਾ, ਉੱਥੇ ਜਿਹੜੀ ਗਲੀ ਹੈ ਨਾ, ਉਹ ਮਹਾਰਾਜ ਕਹਿੰਦੇ ਬੜੀ ਭੀੜੀ ਹੈ। ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀਜੈ ਤਿਲ ਜੋ ਪੀੜੀ। ਜਿਵੇਂ ਖੰਡੇ ਦੀ ਧਾਰ ਹੁੰਦੀ ਹੈ ਨਾ, ਅਸੀਂ ਦੇਖਦੇ ਹੀ ਹਾਂ ਖੰਡਾ ਜਾਂ ਤਲਵਾਰ ਹੁੰਦਾ ਹੈ, ਉਹਦੀ ਧਾਰ ਕਿੰਨੀ ਤਿੱਖੀ ਹੁੰਦੀ ਹੈ। ਮਹਾਰਾਜ ਕਹਿੰਦੇ ਖੰਡੇ ਧਾਰ ਗਲੀ ਅਤ ਭੀੜੀ, ਉਹਨੀ ਬਰੀਕ ਗਲੀ ਹੈ ਉਹ, ਜਿੱਥੋਂ ਲੰਘਣਾ ਪੈਂਦਾ ਪੀਰ ਨੂੰ। ਇਹ ਤੋਂ ਹਾਥੀ ਵਾਂਗੂ ਮੋਟਾ ਹੋਇਆ ਕਰਦਾ, ਕਈ ਤਰ੍ਹਾਂ ਦੀਆਂ ਇੱਛਾਵਾਂ ਲੈ ਕੇ ਕਰਮਾਂ ਨੂੰ ਨਾਲ ਚੱਕੀ ਫਿਰਦਾ। ਕਬੀਰ ਮਾਨ ਕੋ ਮੈਗਲ ਹੋਏ ਰਹਿਓ, ਨਿਕਸਾ ਕਿਉ ਕਰ ਜਾਏ। ਫਿਰ ਇਸ ਖੰਡੇ ਧਾਰ ਗਲੀ ਵਿੱਚੋਂ ਨਿਕਲਿਆ ਨਹੀਂ ਜਾਂਦੇ। ਲੇਖਾ ਲੀਜੈ ਤਿਲ ਜੋ ਪੀੜੀ, ਮਹਾਰਾਜ ਕਹਿੰਦੇ ਇਸ ਤਰ੍ਹਾਂ ਜੀਵ ਤੋਂ ਲੇਖਾ ਲਿਆ ਜਾਂਦਾ ਹੈ। ਜਿਵੇਂ ਤਿਲਾਂ ਨੂੰ ਪੀੜਿਆ ਜਾਂਦਾ ਹੈ ਨਾ, ਤਿਲ ਪੀੜੇ ਹੋਣ ਤੇ ਉਹਦੇ ਚੋਂ ਤੇਲ ਵੱਖਰਾ ਹੋ ਜਾਂਦਾ ਹੈ, ਖਲ ਵੱਖਰੀ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜਦੋਂ ਜੀਵ ਨੂੰ ਪੀੜਿਆ ਜਾਂਦਾ ਹੈ ਨਾ, ਤੇ ਫਿਰ ਜਿਹੜੇ ਔਗਣ ਹੁੰਦੇ ਨੇ ਇਹਦੇ ਸਾਰੇ ਸਾਹਮਣੇ ਆ ਜਾਂਦੇ। ਇੰਨਾ ਇਹਨੂੰ ਭਿਆਨਕ ਦੁੱਖ ਦਿੱਤਾ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਸਮਝ ਲੈ, ਜਹ ਜਾਨੋ ਤਹ ਭੀੜ ਬਾਟੜੀ, ਜਿੱਥੇ ਤੂੰ ਜਾਣਾ ਹੈ ਨਾ ਪਰਲੋਕ ਵਿੱਚ, ਉਹ ਬੜੀ ਭੀੜੀ ਗਲੀ ਹੈ, ਔਖੀ ਤੰਗ ਗਲੀ ਹੈ। ਕਹੋ ਨਾਨਕ ਸਮਝ ਰੇ ਆਨੇ, ਆਜ ਕਾਲ ਖੁੱਲੇ ਤੇਰੀ ਗਾਂਠੜੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, हे ਅਣਜਾਣ ਜੀਵ ਸਮਝ ਜਾ ਪਾਏਗਾ, ਅਜੇ ਵੀ ਸਮਝ। ਕਿਉਂ ਨਿਆਣਾ ਬਣਿਆ ਫਿਰਦਾ ਹੈ, ਕਿਉਂ ਅੱਖਾਂ ਤੇ ਪੱਟੀ ਬੰਨ੍ਹਦਾ ਹੈ, ਕਿਉਂ ਗਾਫਲ ਹੋਇਆ ਫਿਰਦਾ ਦੁਨੀਆ ਨੂੰ। ਆਜ ਕਾਲ ਖੁੱਲੇ ਤੇਰੀ ਗਾਂਠੜੀ, ਅੱਜ ਜਾਂ ਕੱਲ ਤੇਰੀ ਜਿਹੜੀ ਅੰਦਰ ਗੰਢ ਪਈ ਹੋਈ ਹੈ ਨਾ ਸਵਾਸਾਂ ਦੀ, ਕਿਉਂਕਿ ਜਿਹੜਾ ਸਰੀਰ ਹੈ ਉਹਦੇ ਵਿੱਚ ਸਵਾਸਾਂ ਦੀ ਗੰਢ ਬਣੀ ਹੋਈ ਹੈ। ਜਿਵੇਂ ਅਪਾਨ ਤੇ ਪ੍ਰਾਣ ਵਾਯੂ, ਉਹਦੀ ਪੇਟ ਵਿੱਚ ਗੰਢ ਵੱਜੀ ਹੋਈ ਹੈ, ਜਿਸ ਕਰਕੇ ਸਵਾਸ ਉੱਪਰ ਜਾਂਦਾ ਹੈ ਤੇ ਸਰੀਰ ਵਿੱਚ ਆਉਂਦਾ ਹੈ। ਪਰ ਇਹ ਜਦੋਂ ਖੁੱਲ ਜਾਂਦੀ ਹੈ ਸਾਧ ਸੰਗਤ, ਉਸ ਸਮੇਂ ਜੀਵ ਦੀ ਮੌਤ ਆ ਜਾਂਦੀ ਹੈ। ਸਰੀਰ ਫਿਰ ਚੱਲ ਫਿਰ ਨਹੀਂ ਸਕਦਾ। ਗੁਰੂ ਮਹਾਰਾਜ ਕਹਿੰਦੇ ਜਦੋਂ ਤੇਰੀ ਇਹ ਸਵਾਸਾਂ ਦੀ ਗੰਢ ਖੁੱਲ ਗਈ ਨਾ ਅੱਜ ਜਾਂ ਕੱਲ, ਤੇ ਫਿਰ ਤੇਰੇ ਕੋਲੋਂ ਨਾ ਬੰਦਗੀ ਹੋਣੀ ਹੈ, ਤੇ ਨਾ ਸਤ ਸੰਗਤ 'ਚ ਬੈਠਿਆ ਜਾਣਾ, ਨਾ ਗੁਰੂ ਦੇ ਨਾਲ ਮਿਲਿਆ ਜਾਣਾ, ਨਾ ਸੇਵਾ ਸਿਮਰਨ ਹੋਣਾ।
ਚਾਹੀਦਾ ਤੇ ਇਹੀ ਹੈ ਨਾ ਵੀ ਅੱਜ ਹੀ ਤੂੰ ਸਿਆਣਾ ਬਣ ਜਾ, ਗੁਰੂ ਕੋਲ ਆ ਜਾ, ਗੁਰੂ ਨੂੰ ਬੇਨਤੀ ਕਰ, हे ਗੁਰੂ ਬਹੁਤ ਜਨ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਬਰੀਆ, ਸਮਝਤ ਕਹਾ ਨਹੀਂ। ਗੁਰੂ ਕੋਲ ਆ, ਗੁਰੂ ਕੋਲ ਗੁਣ ਖਰੀਦ ਲੈ, ਗੁਰੂ ਕੋਲ ਗੁਣਾਂ ਦੀ ਪਛਾਣ ਕਰ, ਔਗਣਾਂ ਦਾ ਤਿਆਗ ਕਰ ਦੇ, ਗੁਰੂ ਨਾਲ ਮਿਲ ਕੇ ਬੰਦਗੀ ਕਰ, ਗੁਰੂ ਕੀ ਮੱਤ ਲੈ ਕਰਕੇ ਸਿਆਣਾ ਹੋ ਜਾ। ਨਿਰਗੁਣ ਯਾਰ ਗਿਆਨੀਆਂ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਕੀਤ ਰੱਖ, ਨਾਨਕ ਨਿਭੇ ਨਾਲ। ਗੁਰੂ ਪਾਤਸ਼ਾਹ ਕਹਿੰਦੇ ਉਹ ਤੇਰੇ ਨਾਲ ਨਿਭੇਗਾ ਪਰਮਾਤਮਾ ਵਾਹਿਗੁਰੂ, ਨਹੀਂ ਤਾਂ ਭਾਈ ਤੇਰੀ ਅੱਜ ਜਾਂ ਕੱਲ ਗੰਢ ਖੋਲੀ ਜਾਣੀ ਹੈ। ਬੰਦਗੀ ਕਰਨ ਵਾਲੇ ਤਾਂ ਸੰਸਾਰ ਤੋਂ ਜਾ ਕੇ ਸੁਖੀ ਹੋ ਜਾਂਦੇ ਨੇ, ਜਿਹੜੇ ਮਨਮੁਖ ਜੀਵ ਨੇ ਉਹਨਾਂ ਨੂੰ ਫਿਰ ਜਨਮ ਦਰ ਜਨਮ ਟੇਢੀਆਂ ਜੂਨਾਂ ਵਿੱਚ ਪੈ ਕੇ ਭਟਕਣਾ ਪੈਂਦਾ ਹੈ। ਸਾਰਗ ਮਹੱਲਾ ਪੰਜਵਾ। ਗੁਰ ਜੀਓ ਸੰਗ ਤੁਹਾਰੇ ਜਾਣਿਓ। ਹੁਣ ਅਗਲੇ ਸ਼ਬਦ ਵਿੱਚ ਸਾਧ ਸੰਗਤ ਇਸੇ ਸ਼ਬਦ ਦਾ ਪ੍ਰਕਰਣ ਬਣ ਕੇ ਸਤਿਗੁਰੂ ਸਾਨੂੰ ਉਪਦੇਸ਼ ਕਰਦੇ, ਕਿਉਂਕਿ ਸਾਰਗ ਰਾਗ ਅੰਦਰ ਸਤਿਗੁਰਾਂ ਨੇ ਇੱਕ ਸ਼ਬਦ ਵਿੱਚ ਇੱਕ ਪ੍ਰਕਰਣ ਰੱਖਿਆ ਹੋਇਆ ਹੈ। ਵੈਸੇ ਤਾਂ ਅਸੀਂ ਬਾਣੀ ਬਹੁਤ ਘੱਟ ਪੜ੍ਹਦੇ ਹਾਂ, ਜੇ ਅਸੀਂ ਥੋੜਾ ਵੱਧ ਵਿਚਾਰੀਏ ਨਾ, ਜਿਹੜੇ ਪਹਿਲੇ ਸ਼ਬਦ ਹੁੰਦੇ ਨੇ ਕਈ ਰਾਗਾਂ ਦੇ ਵਿੱਚ ਸਤਿਗੁਰੂ ਜੀ ਇੱਕ ਸ਼ਬਦ ਵਿੱਚ ਕਈ ਗੱਲਾਂ ਸਮਝਾ ਜਾਂਦੇ ਨੇ, ਪਰ ਇੱਥੇ ਸਤਿਗੁਰੂ ਇੱਕ ਪ੍ਰਕਰਣ ਰੱਖ ਕੇ ਸਮਝਾ ਰਹੇ ਆ। ਇੱਥੇ ਸਤਿਗੁਰੂ ਮਹਾਰਾਜ ਸਾਨੂੰ ਦੱਸਦੇ ਨੇ ਕਿ ਗੁਰੂ ਨਾਲ ਮਿਲ ਕੇ ਕੀ ਸ਼ੁਕਰਾਨਾ ਕਰਨਾ ਚਾਹੀਦਾ। ਗੁਰ ਜੀਓ ਸੰਗ ਤੁਹਾਰੇ ਜਾਣਿਓ, ਇਹ ਸਤਿਗੁਰੂ ਜੀਓ ਆਪ ਜੀ ਦੀ ਜਦੋਂ ਅਸੀਂ ਸੰਗਤ ਕੀਤੀ ਨਾ, ਆਪ ਜੀ ਚਰਨਾਂ ਵਿੱਚ ਆ ਕੇ ਆਪ ਜੀ ਦੇ ਬਚਨ ਸੁਣੇ, ਉਪਦੇਸ਼ ਸੁਣਿਆ, ਤੇ ਉਸ ਸਮੇਂ ਜਦੋਂ ਅਸੀਂ ਆਪ ਜੀ ਦੀ ਸੰਗਤ ਕੀਤੀ ਤੇ ਪਰਮਾਤਮਾ ਨੂੰ ਜਾਣ ਲਿਆ ਵੀ ਪਰਮਾਤਮਾ ਹੈ, ਸਭ ਥਾਵਾਂ ਤੇ ਹੈ। ਪਰਮਾਤਮਾ ਤੋਂ ਬਿਨਾਂ ਕੋਈ ਵੀ ਸ਼ਬਦ ਨਹੀਂ ਹੈ। ਪਰਮਾਤਮਾ ਦੇ ਭਗਤ ਸਦਾ ਸਤ ਹੁੰਦੇ ਨੇ। ਦੇਖੋ ਭਗਤ ਧਰੂਪ, ਭਗਤ ਪ੍ਰਹਿਲਾਦ ਜੀ, ਤੇ ਭਗਤ ਕਬੀਰ, ਭਗਤ ਨਾਮਦੇਵ ਕਿੰਨਾ ਸਮਾਂ ਪਹਿਲਾਂ ਹੋਇਆ। ਭਗਤ ਪ੍ਰਹਿਲਾਦ ਜੀ ਤਾਂ ਸਤਿਯੁਗ ਵਿੱਚ ਹੋਏ ਨੇ, ਤੇ ਸਤਿਯੁਗ ਨੂੰ ਬਤੀਤ ਹੋਇਆ ਕਿੰਨਾ ਸਮਾਂ ਹੋ ਗਿਆ ਭਾਈ। ਤੇ ਉਦੋਂ ਕਿਹੜਾ ਬਾਅਦ ਹੋਈ। ਦੇਖੋ ਤਿੰਨਾਂ ਯੁੱਗਾਂ ਦੇ ਵਿੱਚ ਕਿੰਨੇ ਭਗਤ ਹੋਏ, ਪ੍ਰਭੂ ਦੇ ਪਿਆਰੇ ਹੋਏ। ਭਾਵ ਕਿ ਜੋ ਪਰਮਾਤਮਾ ਦੇ ਪਿਆਰਿਆਂ ਦੀ ਵਡਿਆਈ ਜੁਗਾਂ ਜੁਗਾਂ ਤੱਕ ਹੁੰਦੀ ਹੈ। ਇਸ ਲਈ ਇਹ ਗੱਲਾਂ ਤਾਂ ਗੁਰੂ ਨਾਲ ਮਿਲ ਕੇ ਜਾਣੀਆਂ ਨੇ ਕਿ ਸਤਿਗੁਰੂ ਜੀਓ ਜਦੋਂ ਅਸੀਂ ਆਪ ਜੀ ਦੀ ਸੰਗਤ ਕੀਤੀ, ਆਪ ਜੀ ਦਾ ਉਪਦੇਸ਼ ਸੁਣਿਆ, ਮੰਨਿਆ, ਉਦੋਂ ਅਸੀਂ ਆਪ ਜੀ ਦੀ ਸੰਗਤ ਕਰਕੇ ਪਰਮਾਤਮਾ ਜੀ ਨੂੰ ਜਾਣ ਲੈਣਾ ਕੀਤਾ। ਓਟ ਜੋਤ ਉਆ ਕੀ ਬਾਤ ਨਾ ਪੁੱਛੀਐ, ਤਾਂ ਦਰਗਹਿ ਪੀ ਮਾਨਿਓ। ਜਿਸ ਪਰਮਾਤਮਾ ਦੀ ਦਰਗਾਹ ਦੇ ਵਿੱਚ, ਪਰਲੋਕ ਦੇ ਵਿੱਚ ਭਾਵੇਂ ਕਰੋੜਾਂ ਹੀ ਯੋਧੇ ਹੋਣ, ਕੋਈ ਇੱਕ ਅੱਧਾ ਯੋਧਾ ਨਾ ਹੋਵੇ, ਕਰੋੜਾਂ ਹੀ ਯੋਧੇ। ਜਿਵੇਂ ਅਸੀਂ ਕਹਿੰਦੇ ਬੜਾ ਬਲਵਾਨ ਹੈ, ਬੜਾ ਤਾਕਤਵਰ ਹੈ, ਬੜਾ ਇਹਨੇ ਅਖਾੜਿਆਂ ਨੂੰ ਜਿੱਤਿਆ ਹੋਇਆ, ਇਹ ਤਾਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ। ਜੀਤ ਕਰੈ ਸਭ ਦੇਸ ਦਸਾਨ, ਕੋ ਬਾਜ ਢੋਲ ਕਰ ਕੰਕ ਨਗਾਰੇ, ਗੁੰਜਕ ਗੂੜਕ ਜਾਣ ਕੇ ਸਮੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਗਵਾਨ ਕੀ ਭੂਪਤ ਕੌਣ ਕਨੈ, ਨਹੀਂ ਜਾਤ ਵਿਚਾਰੇ, ਸ੍ਰੀ ਸ੍ਰੀ ਭਗਵਾਨ ਭਜੇ ਕਨ ਅੰਤ ਕੋ ਅੰਤ ਕੇ ਕਾਮ ਸਿਧਾਰੇ। ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਅੰਤ ਦੇ ਸਮੇਂ ਨਰਕਾਂ ਨੂੰ ਜਾਣ ਕੇ। ਭਾਵੇਂ ਸਾਰਾ ਹੀ ਦੇਸ਼ ਜਿੱਤਿਆ ਹੋਵੇ, ਬੜੇ ਸੂਰਮੇ ਹੋਣ, ਇੰਨੇ ਬਲੀ ਹੋਣ ਕਿ ਕਿਸੇ ਥਾਂ ਨੂੰ ਜਾ ਕਰਕੇ ਉਸੇ ਸੈਨਿਕ ਨਾਮ ਸੁਣਦੇ ਜਿੱਤਦੇ। ਜੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਮਹਾਰਾਜ ਕਹਿੰਦੇ ਹਾਰ ਕੇ ਜਾਣਗੇ। ਸੋ ਜਿਸ ਪਰਮਾਤਮਾ ਦੀ ਪਰਲੋਕ ਜਗ੍ਹਾ ਦੇ ਵਿੱਚ, ਪਰਲੋਕ ਦੇ ਵਿੱਚ ਸਾਧ ਸੰਗਤ ਕਰੋੜਾਂ ਯੋਧੇ ਹੋਣ, ਉਹਨਾਂ ਦੀ ਕੋਈ ਬਾਤ ਨਹੀਂ ਪੁੱਛੀ ਜਾਂਦੀ ਵੀ ਕੌਣ ਹੈ, ਕਿੱਥੋਂ ਆਇਆ ਹੈ। ਜੇ ਜਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਜਿਵੇਂ ਜਪਜੀ ਸਾਹਿਬ ਅੰਦਰ ਸਤਿਗੁਰਾਂ ਫਰਮਾਇਆ, ਤਾਂ ਦਰਗਾਹ ਕੀ ਮਾਨੇ। ਉਸ ਦਰਗਾਹ ਦੇ ਵਿੱਚ ਅਸੀਂ ਇਹ ਸਤਿਗੁਰੂ ਜਦੋਂ ਆਪ ਜੀ ਦੇ ਨਾਲ ਮਿਲ ਕੇ ਬੰਦਗੀ ਕੀਤੀ, ਪਰਮਾਤਮਾ ਨੂੰ ਜਾਣ ਲਿਆ, ਉੱਥੇ ਵੀ ਮੰਨੇ ਗਏ। ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਨੇ ਨਾ, ਪਰਲੋਕ ਵਿੱਚ ਮੰਨੇ ਜਾਂਦੇ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਇਹ ਸਤਿਗੁਰੂ ਤੇਰੀ ਇਹ ਵਡਿਆਈ ਹੈ
ਉਸ ਦਰਗਾਹ ਦੇ ਵਿੱਚ ਵੀ ਅਸੀਂ ਮੰਨੇ ਗਏ ਹਾਂ। ਰਹਾਉ ਕਵਣ ਮੂਲ ਪ੍ਰਾਣੀ ਕਾ ਕਹੀਐ ਕਵਣ ਰੂਪ ਦ੍ਰਿਸ਼ਟਾਨਿਓ। ਇਸ ਜੀਵ ਦਾ ਮੂਲ ਕੀ ਕਹਿਆ ਜਾਂਦਾ ਹੈ? ਇਸ ਪ੍ਰਾਣੀ ਦਾ ਮੂਲ ਕੀ ਹੈ? ਰਕਤ ਦੇ ਪਿੰਡ, ਮਾਂ ਕੀ ਰਕਤ, ਪਿਤਾ ਵਿੱਚ ਧਾਰਾ, ਮੂਲ ਸੂਰਤ। ਤੇ ਇਹ ਸੂਰਤ ਤਦੋਂ ਹੀ ਬਣੀ ਹੈ ਨਾ, ਇਹ ਸਰੀਰ ਤਦੋਂ ਹੀ ਬਣਿਆ ਹੈ, ਮਾਂ ਦੀ ਰਕਤ, ਪਿਤਾ ਵਿੱਚ ਧਾਰਾ। ਤੇ ਕਵਣ ਰੂਪ ਦ੍ਰਿਸ਼ਟਾਨ, ਦੇਖੋ ਪ੍ਰਮਾਤਮਾ ਨੇ ਕੀ ਰੂਪ ਬਣਾ ਦਿੱਤਾ, ਕਿੰਨਾ ਸੋਹਣਾ ਜਵਾਨ ਬਣਾ ਦਿੱਤਾ। ਇਸ ਤਰ੍ਹਾਂ ਮਾਰੇ ਕਹਿੰਦੇ ਹੈ ਤਾਂ ਪਰਮਾਤਮਾ ਨੇ ਕੀਤਾ ਹੈ ਨਾ, ਕਿ ਕਿੱਥੋਂ ਜੀਵ ਕੀ ਸੀ ਤੇ ਕੀ ਤੋਂ ਕੀ ਬਣਾ ਦਿੱਤਾ। ਮਾਂ ਦੀ ਰਕਤ, ਪਿਤਾ ਬਿੰਦ ਤੋਂ ਪ੍ਰਾਣੀ ਨੂੰ ਆਪਣੇ ਆਸਰੇ ਚੇਤਨ ਸੱਤਾ ਪਾ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਕਿੰਨਾ ਸੋਹਣਾ ਸਰੀਰ ਬਣਾ ਦਿੱਤਾ, ਵਿਚਾਰ ਵਾਲਾ, ਸੋਹਣੀ ਚਾਲ ਚੱਲਣ ਵਾਲਾ ਬਣਾ ਦੇਣਾ ਕੀਤਾ। ਜੋਤ ਪ੍ਰਕਾਸ਼ ਭਈ ਮਾਟੀ ਸੰਗ ਦੁਲਭ ਦੇਹ ਬਖਾਨਿਓ। ਜੋਤ ਪ੍ਰਕਾਸ਼ ਭਈ ਮਾਟੀ ਸੰਗ, ਜਿਹੜੀ ਆ ਸਾਡੀ ਮਿੱਟੀ ਦੀ ਦੇਹ ਹੈ ਨਾ, ਪੰਜ ਤੱਤਾਂ ਦੀ, ਇਹਦੇ ਨਾਲ ਪਰਮਾਤਮਾ ਦੀ ਜੋਤ ਪ੍ਰਕਾਸ਼ ਕਰ ਰਹੀ ਹੈ। ਜਿਹੜੀ ਵਾਹਿਗੁਰੂ ਨੇ ਆਪਣੀ ਜੋਤ ਪਾਈ ਹੈ, ਸਭ ਕਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਹੈ ਚਾਨਣ ਹੋਏ। ਇਹ ਪਰਮਾਤਮਾ ਦੀ ਜੋਤ ਹੀ ਹੈ ਨਾ, ਜਦੋਂ ਸਵਾਸ ਚੱਲ ਰਹੇ ਨੇ, ਬੁੱਧੀ ਕੰਮ ਕਰਦੀ ਹੈ, ਮਨ ਸੋਚਦਾ ਹੈ ਕਿ ਕਹਿੰਦਾ ਬੰਦਾ ਕਹਿੰਦਾ ਹੀ ਮੈਂ ਆ। ਇਸ ਤਰ੍ਹਾਂ ਮਾਰੇ ਕਹਿੰਦੇ ਪਰਮਾਤਮਾ ਦੀ ਜੋਤ ਹੀ ਹੈ, ਤੇ ਜਦੋਂ ਜੋਤ ਖਿੱਚ ਲੈਂਦਾ ਹੈ ਫਿਰ ਢਹਿ ਢੇਰੀ ਹੋ ਜਾਂਦਾ। ਪਰਮਾਤਮਾ ਦੀ ਜੋਤ ਇਸ ਮਿੱਟੀ ਦੇ ਨਾਲ ਪ੍ਰਕਾਸ਼ ਕਰ ਰਹੀ ਹੈ। ਲੱਭ ਦੇਹ ਬਖਾਨਿਓ, ਤੇ ਸਾਰੇ ਕਹਿੰਦੇ ਬੜੀ ਦੁਰਲੱਭ ਦੇਹੀ ਹੈ, ਮਨੁੱਖਾ ਦੇਹੀ ਬੜੀ ਦੁਰਲੱਭ ਹੈ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸਰੀਰ ਬੜਾ ਦੁਰਲੱਭ ਹੈ। 84 ਲੱਖ ਜੂਨਾਂ ਸਾਰੀਆਂ ਇਹਦੇ ਅੰਡਰ ਵਿੱਚ ਕੀਤੀਆਂ ਹੋਈਆਂ ਨੇ, ਸਾਰਿਆਂ ਤੋਂ ਸਰਦਾਰ ਬਣਾਉਣਾ ਕੀਤਾ। ਇਹ ਸਾਰੇ ਕਹਿ ਰਹੇ ਨੇ, ਵਿਦਵਾਨ ਵੀ ਤੇ ਮਹਾਂਪੁਰਖ ਵੀ, ਕਿ ਭਾਈ ਇਹ ਸਾਰੇ ਜਾਣ ਲਓ ਕਿ ਜਿਹੜੀ ਮਨੁੱਖਾ ਦੇਹੀ ਹੈ ਬੜੀ ਦੁਰਲੱਭ ਹੈ। ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਓ। ਇਹ ਪ੍ਰਭੂ ਫਿਰ ਜਿਹੜੀ ਇਹ ਬੰਦਗੀ ਕਰਨੀ ਹੈ, ਸਤ ਸੰਗਤ ਕਰਨੀ ਹੈ, ਨਾਮ ਜਪਣਾ ਹੈ, ਇਹ ਬੰਦੇ ਹੱਥ ਨਹੀਂ। ਜੇ ਬੰਦਾ ਕਹੇ ਨਾ ਵੀ ਮੈਂ ਤਾਂ ਮਨੁੱਖਾ ਤੇ ਹੀ ਪ੍ਰਾਪਤ ਕਰਨੀ, ਤੇ ਮੈਂ ਤਾਂ ਬੰਦਗੀ ਕਰਾਂਗਾ, ਨਾਮ ਜਪਾਂਗਾ, ਇਹ ਵੀ ਬੰਦੇ ਦੇ ਹੱਥ ਨਹੀਂ। ਫਿਰ ਮਾਇਆ ਵਿੱਚ ਲੱਗ ਜਾਂਦਾ ਹੈ, ਮਾਇਆ ਨੂੰ ਜੋੜਨ ਵਿੱਚ, ਮਾਇਆ ਦੇ ਵਿਵਹਾਰਾਂ ਨੂੰ ਸਿੱਧ ਕਰਨ ਵਾਸਤੇ ਜਨਮ ਬਤੀਤ ਕਰ ਦਿੰਦਾ ਹੈ। ਪਰ ਜਿਹੜਾ ਸੇਵਾ ਕਰਨੀ ਹੈ, ਗੁਰੂ ਦੀ ਸੇਵਾ ਕਰਨੀ ਹੈ, ਤੁਮ ਤੇ ਸੇਵ, ਤੁਮ ਤੇ ਜਪ ਤਪ, ਜਿਹੜੀ ਮਹਾਂਪੁਰਖਾਂ ਦੀ ਸੇਵਾ ਕਰਨੀ ਹੈ, ਗੁਰੂ ਦੀ ਸੇਵਾ ਕਰਨੀ ਹੈ, ਸਤ ਸੰਗਤ ਦੀ ਸੇਵਾ ਕਰਨੀ ਹੈ, ਗੁਰੂ ਸਾਹਿਬਾਨ ਦਾ ਉਪਦੇਸ਼ ਜਪਣਾ ਹੈ, ਨਾਮ ਜਪਣਾ ਹੈ, ਤਪ ਕਰਨਾ ਹੈ, ਸਾਧ ਸੰਗਤ ਆਪਣੇ ਚਿੱਤ ਨੂੰ ਸੋਧਣਾ ਹੈ, ਬੰਦਗੀ ਕਰਕੇ, ਨਾਮ ਸਿਮਰਨ ਕਰਕੇ ਪਰਮਾਤਮਾ ਨਾਲ ਮਿਲਾਪ ਕਰਨਾ ਹੈ। ਮਹਾਰਾਜ ਕਹਿੰਦੇ ਇਹ ਪ੍ਰਭੂ ਸਭ ਕੁਝ ਤੁਮ ਤੇ, ਤੇਰੇ ਤੋਂ ਹੋਣ ਵਾਲਾ, ਜੇ ਤੂੰ ਕਰਾਵੇ ਨਾ ਫੇਰ ਹੀ ਹੁੰਦਾ ਹੈ, ਨਹੀਂ ਤਾਂ ਨਹੀਂ। ਤੁਮ ਤੇ ਤਤ ਪਛਾਨਿਓ, ਤੇਰੇ ਕਰਕੇ ਹੀ ਜੋ ਪਰਮਾਤਮਾ ਸੰਸਾਰ ਵਿੱਚ ਤਤ ਸਰੂਪ ਹੈ, ਸੱਚ ਹੈ, ਉਸ ਦੀ ਪਛਾਣ ਕਰਨਾ ਕੀਤੀ, ਸੱਚ ਦੇ ਵਿੱਚ ਮਿਲ ਜਾਣਾ ਕੀਤਾ। ਮਸਤਕ ਦਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਪ੍ਰਭੂ, ਜਿਨ੍ਹਾਂ ਦੇ ਸਿਰ ਤੇ ਆਪਣੀ ਮਿਹਨਤ ਦਾ ਹੱਥ ਰੱਖ ਕੇ, ਜਿਨ੍ਹਾਂ ਦੇ ਅੰਤਿਕਰਨ ਨੂੰ ਮਾਥੇ ਤੇ ਆਪਣੀ ਮਿਹਨਤ ਦਾ ਹੱਥ ਰੱਖ ਦਿੱਤਾ ਤੂੰ, ਤੇ ਉਹ ਦਾਸਾਂ ਦੇ ਦਾਸ ਬਣ ਗਏ, ਕਿਉਂਕਿ ਤੂੰ ਉਹਨਾਂ ਦੇ ਜੀਵਨ ਵਿੱਚੋਂ ਅਗਿਆਨਤਾ ਦੀ, ਹਉਮੈ ਦੀ, ਵਿਕਾਰਾਂ ਦੀ ਜਿਹੜੀ ਰੱਸੀ ਬੰਨ੍ਹੀ ਹੋਈ ਸੀ ਨਾ, ਜਿਹੜਾ ਜੀਵ ਬਚਿਆ ਹੋਇਆ ਮਾਇਆ ਦੇ ਵਿੱਚ ਬਚਿਆ ਹੋਇਆ, ਇਹ ਜਿਹੜੀ ਜੇਵਰੀ ਸੀ ਇਹ ਕੱਟ ਦਿੱਤੀ, ਤੇ ਉਹ ਜੀਵ ਫਿਰ ਦਾਸ ਬਣ ਗਏ, ਦਾਸਾਂ ਦੇ ਦਾਸ, ਭਗਤ ਬਣ ਗਏ, ਨਾਮ ਸਿਮਰਨ ਤੁਰ ਗਏ। ਦੇਖੋ ਕਿੰਨੇ ਭਗਤਾਂ ਦੀ ਗੱਲ ਕਰੀਏ, ਕਿੰਨੀ ਅੰਦਰ ਨਿਮਰਤਾ ਹੈ। ਜਿਹੜਾ ਦਾਸ ਹੁੰਦਾ ਉਹਦੇ ਵਿੱਚ ਨਿਮਰਤਾ ਹੁੰਦੀ ਹੈ। ਤੇ ਭਗਤ ਕਬੀਰ ਜੀ ਕਹਿੰਦੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਅਸੀਂ ਸਾਰਿਆਂ ਦੇ ਬੁਰੇ, ਤੇ ਜਿਹੜਾ ਦਾਸ ਹੁੰਦਾ ਉਹ ਤਾਂ ਕਹਿੰਦਾ ਹੀ ਮੈਂ ਤਾਂ ਬਹੁਤ ਬੁਰਾ, ਔਕੜ ਬੜੀ, ਕੀ ਕਰੀਏ, ਨਿਮਾਣੇ। ਇਸ ਤਰ੍ਹਾਂ ਭਗਤ ਜਿਹੜੇ ਪਰਮਾਤਮਾ ਦੇ ਦਾਸ ਨੇ ਉਹ ਨਿਮਾਣੇ ਬਣ ਕੇ ਰਹਿੰਦੇ। ਮਹਾਰਾਜ ਕਹਿੰਦੇ ਦਾਸ ਦਸਾਨਿਓ, ਉਹ ਦਾਸਾਂ ਦੇ ਦਾਸ ਬਣ ਕੇ, ਜਿਨ੍ਹਾਂ ਦੀ ਗੁਰੂ ਨੇ
ਇਹ ਮੋਹ ਦੀ ਵਿਕਾਰਾਂ ਦੀ ਜੇਵਰੀ ਕੱਢ ਦਿੱਤੀ। ਇਸ ਤਰ੍ਹਾਂ ਗੁਰੂ ਅੱਗੇ ਬੇਨਤੀ ਕਰੀਏ, ਗੁਰਮਤਿ ਧਾਰਨ ਕਰੀਏ, ਮਨ ਮਨ ਵਹਿਮਾਂ ਭਰਮਾਂ ਦਾ ਤਿਆਗ ਕਰੀਏ, ਕੁਰੀਤੀਆਂ ਦਾ ਤਿਆਗ ਕਰੀਏ। ਗੁਰਬਾਣੀ ਸਾਨੂੰ ਬੜਾ ਸੌਖਾ ਸਮਝਾਉਂਦੀ ਹੈ। ਸਾਡੀ ਦੇਸ਼ ਭਾਸ਼ਾ ਦੀ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਹੋਇਆ। ਜਿਹੜਾ ਕੋਈ ਅਰਬੀ, ਫਾਰਸੀ, ਉਰਦੂ ਲਿਖੀ ਹੈ, ਸਭ ਕੁਝ ਸਮਝ ਵੀ ਪੈਂਦਾ ਹੈ, ਪਤਾ ਹੀ ਹੈ, ਫਿਰ ਵੀ ਭੁਲਾ ਦਿੰਦੇ ਨਹੀਂ। ਗੁਰੂ ਅੱਗੇ ਬੇਨਤੀਆਂ ਕਰੀਏ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਜਿੱਥੇ ਸਾਨੂੰ ਮਨੁੱਖਾ ਜਨਮ ਬਖਸ਼ਿਆ ਉੱਥੇ ਬੰਦਗੀ ਦਾ ਵੀ ਆਸਰਾ ਬਖਸ਼ੋ, ਨਾਮ ਸਿਮਰਨ ਵਾਲਾ ਜੀਵਨ ਬਖਸ਼ੋ। ਜੀਵਨ ਤਾਂ ਅਸੀਂ ਸਾਰਿਆਂ ਨੇ ਬਤੀਤ ਕਰ ਲੈਣਾ। ਸਾਰੇ ਹੀ ਬੱਚਿਆਂ ਤੋਂ ਜਵਾਨ ਹੋ ਜਾਂਦੇ ਨੇ, ਜਵਾਨੀ ਤੋਂ ਢਲਦੀ ਜਵਾਨੀ ਆ ਜਾਂਦੀ, ਭਟੇਪਾ ਸਾਰਿਆਂ ਤੇ ਹੁੰਦਾ। ਪਰ ਜੀਵਨ ਉਹ ਚਾਹੀਦਾ ਜਿਹੜਾ ਸਫਲ ਹੋ ਜਾਵੇ। ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ। ਜਿਨ੍ਹਾਂ ਨੂੰ ਸਾਧੂ ਮਿਲਿਆ, ਗੁਰੂ ਮਿਲਿਆ, ਫਿਰ ਉਹਨਾਂ ਦੀ ਯਾਤਰਾ ਵੀ ਸਫਲ ਹੁੰਦੀ ਹੈ ਤੇ ਆਉਣ ਜਾਣਾ ਸਫਲ ਰਹਿ ਜਾਂਦਾ ਹੈ। ਉਹ ਪਰਮਾਤਮਾ ਚ ਮਿਲ ਜਾਂਦੇ ਨੇ ਸਾਧ। ਇਹੋ ਜਿਹਾ ਜੀਵਨ ਬਣਾਈਏ। ਸਤਿਗੁਰੂ ਦੀ ਸਾਰਿਆਂ ਦੀ ਕਿਰਪਾ ਕਰ। ਸਮਾਪਤੀ ਹੈ ਹੋਈਆਂ ਭੁੱਲਾਂ ਚੁੱਕਾਂ ਦੀ। ਗੁਰੂ ਗੁਰੂ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਾਪਤ ਬਖਸ਼ ਦੇਣੀ। ਤੁਮ ਤੇ ਸੇਵ ਤੁਮ ਤੇ ਜਪ ਤਾਪਾ, ਤੁਮ ਤੇ ਤਤ ਪਛਾਨਿਓ, ਕਰ ਮਸਤਕ ਦਰ ਕਟੀ ਦੇਵਰੀ, ਨਾਨਕ ਦਾਸ ਦਸਾਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।